ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫੇਰ ਮੈਂ ਤੁਹਾਡੇ ਆਪਣੇ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਪਰ ਇੱਕ ਨਵਾਂ ਵਿਸ਼ਾ ਲੈ ਕੇ ਆਇਆ। ਸੰਗਤ ਜੀ, ਆਪਣੇ ਅੱਜ ਦੇ ਵਿਸ਼ੇ ਦਾ ਨਾਮ ਹੈ ਅਰਦਾਸ ਕਰਨ ਦਾ ਕੀ ਮਤਲਬ ਹੁੰਦਾ ਹੈ ਅਤੇ ਅਰਦਾਸ ਵਿੱਚ ਕੌਣ ਕੌਣ ਸ਼ਾਮਲ ਹੁੰਦੇ ਹਨ। ਇਹ ਵਿਸ਼ਾ ਆਪਣਾ ਅੱਜ ਦਾ, ਆਪਣੇ ਵਿਚਾਰ ਦਾ। ਸੋ ਸੰਗਤ ਜੀ, ਆਪਾਂ ਪਿੱਛੇ ਜੇ ਇੱਕ ਵੀਡੀਓ ਸੁਣੀ ਸੀ ਕਿ ਅਰਦਾਸ ਕਰਨ ਲੱਗਿਆਂ ਸਾਡੇ ਹੱਥ ਅਤੇ ਪੈਰ ਜੁੜੇ ਹੋਣੇ ਚਾਹੀਦੇ ਹਨ ਅਤੇ ਸਾਡਾ ਸਰੀਰ ਡਿੱਕ ਡੋਲੇ ਨਾ ਖਾਂਦਾ ਹੋਵੇ ਅਤੇ ਸਾਨੂੰ ਸਿੱਧਾ ਸਾਵਧਾਨ ਹੋ ਕੇ ਖੜੇ ਹੋਣਾ ਚਾਹੀਦਾ ਹੈ। ਅਸੀਂ ਸੁਣਿਆ ਸੀ ਕਿ ਸਾਡਾ ਮਨ ਵੀ ਅਰਦਾਸ ਵਿੱਚ ਜੁੜਿਆ ਹੋਵੇ ਅਤੇ ਸਾਡਾ ਤਨ ਵੀ ਅਰਦਾਸ ਦੇ ਵਿੱਚ ਜੁੜਿਆ ਹੋਵੇ। ਸੋ ਅੱਜ ਆਪਾਂ ਅਰਦਾਸ ਵਿੱਚ ਕੌਣ ਕੌਣ ਹਾਜ਼ਰ ਹੁੰਦਾ ਹੈ, ਇਸ ਦੀ ਗੱਲ ਕਰਾਂਗੇ। ਸੋ ਸੰਗਤ ਜੀ, ਅਰਦਾਸ ਦਾ ਆਖਰੀ ਅਰਥ ਹੈ ਅਰਧ ਆਸ। ਅਰਧ ਆਸ, ਅਰਧ ਦਾ ਮਤਲਬ ਮੰਗਣਾ, ਆਸ ਦਾ ਮਤਲਬ ਆਸ ਜਾਂ ਆਸ਼ਾ, ਯਾਨੀ ਕਿ ਮੰਗਣ ਦੀ ਆਸ਼ਾ ਜਾਂ ਫਿਰ ਮੰਗਣ ਦੀ ਕਿਰਿਆ। ਅਰਦਾਸ ਦਾ ਇਹ ਮਤਲਬ ਹੁੰਦਾ, ਇਹ ਮਤਲਬ ਬਣਦਾ ਅਰਦਾਸ ਦਾ ਆਖਰੀ ਅਰਥ। ਫਾਰਸੀ ਵਿੱਚ ਇਸ ਨੂੰ ਅਰਜ਼ਦਾਸੂ ਕਹਿੰਦੇ ਹਨ, ਯਾਨੀ ਕਿ ਦਾਸ ਹੋ ਕੇ ਪ੍ਰਾਰਥਨਾ, ਬੇਨਤੀ ਜਾਂ ਬਿਨੈ ਕਰਨੀ। ਤਨਖਾਹਨਾਮੇ ਵਿੱਚ ਲਿਖਿਆ ਕਿ ਅਰਦਾਸ ਬਿਨਾਂ ਜੋ ਕਾਜ ਸਧਾਵੈ, ਭੇਟ ਕੀਏ ਬਿਨ ਕੁਛ ਮੁਖ ਭਾਵੈ, ਅਥਿਥੀ ਵੇਖ ਨਹੀਂ ਦੇਵੈ ਦਾਨ, ਸੋ ਨਹੀਂ ਪਾਵੈ ਦਰਗਹਿ ਮਾਨ। ਇਹ ਤਨਖਾਹਨਾਮੇ ਵਿੱਚ ਲਿਖਿਆ ਹੋਇਆ। ਤਨਖਾਹ ਦਾ ਮਤਲਬ ਹੁੰਦਾ ਵੀ ਜੋ ਖਾਲਸਾ ਪੰਥ ਸਾਡੀਆਂ ਗਲਤੀਆਂ ਨੂੰ ਦੇਖ ਕੇ ਸਾਨੂੰ ਤਨਖਾਹ ਲਾਉਂਦਾ। ਜਿਵੇਂ ਅਕਾਲ ਤਖਤ ਤੇ ਕੋਈ ਗੁਨਾਹਗਾਰ ਪੇਸ਼ ਹੋਵੇ ਤਾਂ ਉਸਨੂੰ ਜੋੜੇ ਝਾੜਨ ਦੀ ਜਾਂ ਫਿਰ ਉਸਨੂੰ ਝਾੜੂ ਮਾਰਨ ਦੀ ਸਜ਼ਾ ਦਿੱਤੀ ਜਾਂਦੀ 5 ਪਿਆਰਿਆਂ ਵੱਲੋਂ। ਤਾਂ ਜਿਵੇਂ ਮਹਾਰਾਜ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਮਿਲੀ ਸੀ। ਮਹਾਰਾਜ ਜੀ ਕਹਿੰਦੇ ਆ ਕਿ ਜੇ ਕੋਈ ਅਰਦਾਸ ਕੀਤੇ ਬਿਨਾ ਆਪਣੇ ਕਾਰਜ ਨੂੰ ਕਰਨਾ ਚਾਹਵੇ ਤਾਂ ਅਰਦਾਸ ਤੋਂ ਬਿਨਾਂ ਕੋਈ ਵੀ ਕਾਰਜ ਸਿੱਧ ਨਹੀਂ ਹੋ ਸਕਦਾ। ਭੇਟ ਕੀਏ ਬਿਨ ਕੁਛ ਮੁਖ ਪਾਵੈ, ਕੋਲੇ ਜੇ ਗਰੀਬ ਭੁੱਖਾ ਬੈਠਾ ਹੋਵੇ ਜਾਂ ਕਿਸੇ ਲੋੜਵੰਦ ਨੂੰ ਦਿੱਤੇ ਬਿਨਾਂ, ਜੇ ਕੋਈ ਭੁੱਖੇ ਨੂੰ ਦਿੱਤੇ ਬਿਨਾਂ ਆਪਣੇ ਮੁਖ ਵਿੱਚ ਕੋਈ ਪਾਉਂਦਾ ਤਾਂ ਉਹ ਵੀ ਸਿੱਖ ਤਨਖਾਹੀਆ ਮੰਨਿਆ ਜਾਂਦਾ। ਅਤਿਥੀ ਵੇਖ ਨਹੀਂ ਦੇਵੈ ਦਾਨ, ਅਤਿਥੀ ਮਤਲਬ ਮਹਿਮਾਨ ਜਾਂ ਲੋੜਵੰਦ। ਜੇ ਲੋੜਵੰਦ ਨੂੰ ਤੁਸੀਂ ਦਾਨ ਨਹੀਂ ਦਿੰਦੇ ਤਾਂ ਮਹਾਰਾਜ ਜੀ ਕਹਿੰਦੇ ਇਹ ਤਿੰਨੇ ਗੱਲਾਂ ਜੇ ਮਨੁੱਖ ਨਹੀਂ ਕਰਦਾ, ਅਰਦਾਸ ਤੋਂ ਬਿਨਾਂ ਕੋਈ ਕੰਮ ਕਰਦਾ, ਭੇਟ ਕੀਤੇ ਬਿਨਾਂ, ਕਿਸੇ ਨੂੰ ਕੁਛ ਦਿੱਤੇ ਬਿਨਾਂ ਆਪਣੇ ਮੂੰਹ ਵਿੱਚ ਪਾਉਂਦਾ, ਖਾਂਦਾ, ਕਿਸੇ ਅਤਿਥੀ ਦਾ, ਮਹਿਮਾਨ ਦਾ ਸਤਿਕਾਰ ਨਹੀਂ ਕਰਦਾ, ਲੋੜਵੰਦ ਦੀ ਲੋੜ ਨਹੀਂ ਪੂਰੀ ਕਰਦਾ, ਸੋ ਨਹੀਂ ਪਾਵੈ ਦਰਗਹਿ ਮਾਨ। ਉਹ ਦਰਗਾਹ ਦੇ ਵਿੱਚ ਕਦੇ ਮਾਣ ਨਹੀਂ ਪਾਉਂਦਾ, ਭਾਵ ਕਬੂਲ ਨਹੀਂ ਹੁੰਦਾ। ਸੋ ਤਨਖਾਹਨਾਮਿਆਂ ਵਿੱਚ ਅਰਦਾਸ ਦਾ ਮਤਲਬ ਇਹੋ ਹੀ ਹੈ ਕਿ ਅਰਦਾਸ ਬਿਨਾਂ ਜੋ ਕਾਜ ਸਧਾਵੈ, ਅਰਦਾਸ ਤੋਂ ਬਿਨਾਂ ਜੋ ਆਪਣੇ ਕਾਰਜ ਕਰਦੇ ਹਨ ਉਹਨਾਂ ਦੇ ਕਾਰਜ ਕਦੇ ਸਿੱਧ ਨਹੀਂ ਹੁੰਦੇ। ਇਸੇ ਕਰਕੇ ਸਿੱਖ ਧਰਮ ਦੇ ਵਿੱਚ ਅਰਦਾਸ ਬਹੁਤ ਮਹਾਨਤਾ ਰੱਖਦੀ ਹੈ। ਸਿੱਖ ਧਰਮ ਵਿੱਚ ਨਿਤਨੇਮ ਦੀ ਬਾਣੀ ਦਾ ਪਾਠ ਕਰਕੇ ਅਰਦਾਸ ਕਰਨੀ ਬਹੁਤ ਜ਼ਰੂਰੀ ਹੈ। ਸਿੱਖ ਦੇ ਜੀਵਨ ਦਾ ਮੂਲ ਅੰਗ ਅਰਦਾਸ ਹੈ। ਅਨੇਕਾਂ ਕਾਰਜਾਂ ਦੀ ਪੂਰਤੀ ਲਈ
ਕਰਤਾਰ ਵਾਹਿਗੁਰੂ ਜੀ ਅੱਗੇ ਅਰਦਾਸ ਕਰਨਾ ਹੀ ਸਿੱਖ ਧਰਮ ਦਾ ਸੰਵਿਧਾਨ ਹੈ ਅਤੇ ਅਰਦਾਸ ਵਿੱਚ ਆਪਣੇ ਦੋਵੇਂ ਹੱਥ ਜੋੜ ਕੇ ਖੜੇ ਹੋਣ ਦੀ ਆਗਿਆ ਹੈ। ਵਾਹਿਗੁਰੂ ਜੀ। ਜਿਵੇਂ ਗੁਰਬਾਣੀ ਦੇ ਪਾਵਨ ਬਚਨ ਹਨ, ਆਪੇ ਜਾਣੈ ਕਰੇ ਆਪ, ਆਪੇ ਆਣੈ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਜਾਂ ਫਿਰ ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਜਾਂ ਫਿਰ ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਜੁਗਾਂਤਰ, ਗੁਰੂ ਨਾਨਕ ਕੀ ਵਡਿਆਈ। ਜਾਂ ਫਿਰ ਸੁਖ ਦਾਤਾ ਪੈ ਭੰਜਨੋ, ਤਿਸ ਆਗਿਆ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੈ ਰਾਸ। ਜਾਂ ਫਿਰ ਤੂੰ ਠਾਕਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਸੰਗਤ ਜੀ ਧਿਆਨ ਨੋਟ ਕਰਨਾ, ਇਹ ਜਿਹੜਾ ਅਸੀਂ ਬੋਲਦੇ ਹਾਂ ਨਾ, ਤੂੰ ਠਾਕਰ ਤੁਮ ਪਹਿ ਅਰਦਾਸ, ਇਹ ਬਹੁਤ ਸਾਰੇ ਵੀਰਾਂ ਦੇ ਮੂੰਹ ਚੋਂ ਸੁਣਿਆ। ਉਹ ਕਹਿੰਦੇ ਤੁਮ ਠਾਕਰ ਤੁਮ ਪਹਿ ਅਰਦਾਸ, ਤੁਮ ਠਾਕਰ ਤੁਮ ਪੈ ਅਰਦਾਸ। ਦੇਖੋ ਇਹ ਦੋਵੇਂ ਗੱਲਾਂ ਵੱਖਰੀਆਂ ਵੱਖਰੀਆਂ। ਇੱਥੇ ਤੂੰ ਕਹਿਣਾ, ਤੁਮ ਨਹੀਂ ਕਹਿਣਾ। ਪਹਿਲੀ ਵਾਰ ਤੂੰ ਠਾਕਰ ਤੁਮ ਪਹਿ ਅਰਦਾਸ, ਪਹਿ ਦਾ ਮਤਲਬ ਅੱਗੇ, ਤੂੰ ਠਾਕਰ ਹੈ ਤੇ ਤੇਰੇ ਅੱਗੇ ਅਰਦਾਸ ਹੈ, ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਮੇਰਾ ਜੀਵਨ, ਮੇਰਾ ਮਨ, ਪਿੰਡ ਮਤਲਬ ਮੇਰਾ ਸਰੀਰ, ਮੇਰੀ ਜੀਵ ਆਤਮਾ ਤੇ ਮੇਰਾ ਸਰੀਰ ਸਭ ਤੇਰੀ ਰਾਸ। ਇਹ ਰਾਸ ਮੀਨਸ ਅਮਾਨਤ ਹੈ। ਮੇਰਾ ਸਰੀਰ, ਮੇਰਾ ਮਨ ਤੇਰੀ ਅਮਾਨਤ ਹੈ ਤੇ ਇਹ ਸਰੀਰ ਹੁਣ ਤੇਰੇ ਅੱਗੇ ਖੜੇ ਹੋ ਕੇ ਅਰਦਾਸ ਕਰਦਾ। ਸੰਗਤ ਜੀ, ਗੁਰਬਾਣੀ ਦੇ ਇਹਨਾਂ ਸਾਰੇ ਤੱਥਾਂ ਤੋਂ ਇੱਕੋ ਹੀ ਉਪਦੇਸ਼ ਹੈ ਕਿ ਸਾਡੀ ਅਰਦਾਸ ਉਸ ਵਾਹਿਗੁਰੂ ਜੀ ਦੇ ਦਰ ਉੱਤੇ ਤਾਂ ਹੀ ਕਬੂਲ ਹੋਵੇਗੀ ਜੇਕਰ ਸਾਡਾ ਮਨ, ਜੀਓ ਅਤੇ ਪਿੰਡ ਉਸ ਨਾਲ ਜੁੜਿਆ ਹੋਵੇ। ਮਤਲਬ ਕਿ ਅਰਦਾਸ ਕਰਨ ਵੇਲੇ ਜੀਓ ਜਾਣੀ ਮਨ ਅਤੇ ਪਿੰਡ ਜਾਣੀ ਸਰੀਰ, ਇਹ ਦੋਵੇਂ ਹੀ ਅਰਦਾਸ ਵਿੱਚ ਜੁੜੇ ਹੋਣ। ਪ੍ਰਾਚੀਨ ਸਮੇਂ ਵਿੱਚ ਸਿੱਖ ਅਰਦਾਸ ਕਰਨ ਲੱਗਿਆਂ ਆਪਣੇ ਵਿੱਚ ਜਾਂ ਆਪਣੇ ਧਿਆਨ ਵਿੱਚ ਗੁਰੂ ਸਾਹਿਬ ਦੇ ਚਿਹਰੇ ਨੂੰ ਹਾਜ਼ਰ ਨਾਜ਼ਰ ਸਮਝਦੇ ਸਨ। ਗੁਰੂ ਸਾਹਿਬਾਨ ਦੇ ਚਿਹਰੇ ਨੂੰ ਹਾਜ਼ਰ ਸਮਝ ਕੇ ਅਰਦਾਸ ਕਰਦੇ ਸਨ, ਜਾਂ ਫਿਰ ਉਹਨਾਂ ਦੀ ਅਰਦਾਸ ਅਵਸ਼ਯ ਹੀ ਪੂਰੀ ਹੁੰਦੀ ਸੀ ਜਦੋਂ ਉਹ ਗੁਰੂ ਸਾਹਿਬਾਨ ਦੇ ਚਿਹਰੇ ਨੂੰ ਆਪਣੇ ਸਾਹਮਣੇ, ਆਪਣੇ ਅੰਦਰ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਕਰਦੇ ਸਨ, ਤਾਂ ਫਿਰ ਉਹਨਾਂ ਦੀ ਅਰਦਾਸ ਅਵਸ਼ਯ ਹੀ ਪੂਰੀ ਹੁੰਦੀ ਸੀ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੇਲੇ ਦੂਰ ਦੁਰਾਡੇ ਬੈਠੇ ਸਿੱਖ ਇਸ ਤਰ੍ਹਾਂ ਬੇਨਤੀ ਕਰਦੇ ਸਨ ਕਿ ਹੇ ਈਸ਼ਵਰ ਜੋਤੀ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ, ਦਾਸਾਂ ਦਾ ਇਹ ਕਾਰਜ ਅੜਿਆ ਹੋਇਆ ਹੈ, ਕਿਰਪਾ ਕਰਕੇ ਇਸ ਨੂੰ ਪੂਰਿਆਂ ਕਰੋ। ਫਿਰ ਜਿਵੇਂ ਪੰਜਵੇਂ ਪਾਤਸ਼ਾਹ ਜੀ ਵੇਲੇ ਸਿੱਖ ਪਹਿਲੇ 4 ਗੁਰੂ ਸਾਹਿਬਾਨ ਜੀ ਦਾ ਨਾਮ ਲੈਂਦੇ ਸਨ ਅਤੇ ਆਪਣੀ ਸੁਰਤ ਵਿੱਚ ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝਦੇ ਸਨ। ਫਿਰ ਮੌਜੂਦਾ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਧਿਆਨ ਵਿੱਚ ਲਿਆ ਕੇ ਆਪਣੀ ਅਰਦਾਸ ਬੇਨਤੀ ਕਰਦੇ ਸਨ। ਫਿਰ ਇਸੇ ਤਰ੍ਹਾਂ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਸਿੱਖ ਅਰਦਾਸ ਕਰਨ ਲੱਗੇ। ਪਹਿਲਾਂ ਪਿਛਲੇ 9 ਗੁਰੂ ਸਾਹਿਬਾਨ ਨੂੰ ਆਪਣੇ ਧਿਆਨ ਵਿੱਚ ਲੈ ਕੇ ਆਉਂਦੇ ਸਨ ਅਤੇ ਫਿਰ ਮੌਜੂਦਾ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਬੇਨਤੀ ਕਰਦੇ ਸਨ। ਸੰਗਤ ਜੀ, ਇਸ ਤਰ੍ਹਾਂ ਸਮੇਂ ਅਨੁਸਾਰ ਸਿੱਖ ਅਰਦਾਸ ਬੇਨਤੀਆਂ ਕਰਨ ਲੱਗੇ। ਪਹਿਲੇ ਗੁਰੂ ਸਾਹਿਬਾਨ ਨੂੰ ਆਪਣੇ ਧਿਆਨ ਵਿੱਚ ਲੈ ਕੇ ਆਉਂਦੇ ਸਨ ਅਤੇ ਫਿਰ ਮੌਜੂਦਾ ਗੁਰੂ ਸਾਹਿਬ ਜੀ ਨੂੰ ਆਪਣੇ ਸਾਹਮਣੇ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਬੇਨਤੀ ਕਰਦੇ ਸਨ। ਫਿਰ ਉਹ ਅਰਦਾਸ ਜਾਂ ਉਹਨਾਂ ਦੀਆਂ ਅਰਦਾਸਾਂ ਕਬੂਲ ਹੋ ਜਾਂਦੀਆਂ ਸਨ। ਪਰ ਅੱਜ ਕੱਲ ਜਦੋਂ ਅਸੀਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਤਾਂ ਧਿਆਨ ਪਤਾ ਨਹੀਂ ਕਿੱਥੋਂ ਦੀ ਯਾਤਰਾ ਕਰਕੇ ਆ ਜਾਂਦਾ ਹੈ। ਨਾ ਹੀ ਅਰਦਾਸੀਆ ਸਿੰਘ ਅਰਦਾਸ ਵਿੱਚ ਹਾਜ਼ਰ ਹੁੰਦਾ ਹੈ ਅਤੇ ਨਾ ਹੀ ਅਰਦਾਸ ਵਿੱਚ ਸ਼ਾਮਲ ਹੋਣ ਵਾਲੇ ਸਿੰਘ ਅਰਦਾਸ ਵਿੱਚ ਸ਼ਾਮਲ ਹੁੰਦੇ ਹਨ। ਸਾਰੇ ਜਣੇ ਅਰਦਾਸ ਵਿੱਚ ਖੜੇ ਹੋ ਕੇ ਵੀ ਆਪਣੇ ਆਪਣੇ ਘੋੜੇ ਵੇਚ ਰਹੇ ਹੁੰਦੇ ਹਨ।
ਸੁਲਤਾਨਪੁਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵਾਬ ਅਤੇ ਕਾਜ਼ੀ ਨਾਲ ਨਮਾਜ਼ ਕਰਕੇ ਇਕੱਲੇ ਮੁਸਲਮਾਨਾਂ ਨੂੰ ਹੀ ਉਪਦੇਸ਼ ਨਹੀਂ ਦਿੱਤਾ ਸੀ, ਉਹਨਾਂ ਨੇ ਆਉਣ ਵਾਲੇ ਸਮੇਂ ਵਿਚਲੇ ਸਿੱਖਾਂ ਨੂੰ ਵੀ ਉਪਦੇਸ਼ ਦਿੱਤਾ ਸੀ। ਗੁਰੂ ਨਾਨਕ ਜੀ ਦੀ ਇਹ ਸਾਖੀ ਪੜ੍ਹ ਸੁਣ ਕੇ ਤੁਸੀਂ ਮੁਸਲਮਾਨਾਂ ਦਾ ਮਜ਼ਾਕ ਨਾ ਉਡਾਇਆ ਕਰੋ, ਆਪਣੇ ਮੰਜੇ ਥੱਲੇ ਸੋਟੀ ਵੀ ਮਾਰ ਲਿਆ ਕਰੋ। ਸੁਲਤਾਨਪੁਰ ਲੋਧੀ ਦੀ ਮਸੀਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸੱਚੀ ਨਮਾਜ਼ ਕਰਨਾ ਸਿੱਖੋ। ਦਾਸ ਵੀ ਤੁਹਾਨੂੰ ਇਹੋ ਹੀ ਬੇਨਤੀ ਕਰਦਾ ਹੈ ਕਿ ਤੁਸੀਂ ਵੀ ਸੱਚੀ ਅਰਦਾਸ ਕਰਨਾ ਸਿੱਖੋ, ਨਹੀਂ ਤਾਂ ਤੁਸੀਂ ਕਦੋਂ ਤੱਕ ਬਾਬਿਆਂ ਨੂੰ ਲੱਭਦੇ ਫਿਰੋਗੇ, ਕਦੋਂ ਤੱਕ ਪੰਡਤਾਂ ਤੇ ਮੌਲਾਣਿਆਂ ਕੋਲੇ ਆਪਣਾ ਧਨ ਲੁਟਾਉਂਦੇ ਰਹੋਗੇ। ਸੰਗਤ ਜੀ, ਸਹੀ ਤਰੀਕੇ ਨਾਲ ਅਤੇ ਮਨ ਦੀ ਇਕਾਗਰਤਾ ਨਾਲ ਅਰਦਾਸ ਕਰਨਾ ਸਿੱਖ ਲਓ, ਨਹੀਂ ਤਾਂ ਫਿਰ ਮੰਦਰ ਵਿੱਚ ਵੱਜਦੀਆਂ ਘੰਟੀਆਂ, ਗਿਰਜਾ ਘਰ ਵਿੱਚ ਵੱਜਦੇ ਘੜਿਆਲ ਅਤੇ ਮਸੀਤਾਂ ਵਿੱਚ ਆਉਂਦੀ ਮੁੱਲਾਂ ਦੀ ਬਾਂਗ ਵਿੱਚ ਅਤੇ ਸਾਡੀ ਅਰਦਾਸ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ। ਬਸ ਤੁਸੀਂ ਸੱਚੀ ਅਤੇ ਸ਼ਕਤੀਸ਼ਾਲੀ ਅਰਦਾਸ ਕਰਨ ਦੀਆਂ ਭਾਵਨਾਵਾਂ ਆਪਣੇ ਅੰਦਰ ਪੈਦਾ ਕਰੋ। ਸੰਗਤ ਜੀ, ਹੁਣ ਆਪਾਂ ਮੌਜੂਦਾ ਸਮੇਂ ਵਿੱਚ ਆਪਣੀ ਅਰਦਾਸ ਦੇ ਪੂਰਿਆਂ ਹੋਣ ਦੀ ਗੱਲ ਕਰਦੇ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਨੂੰ ਪੂਰੇ 550 ਸਾਲ ਹੋ ਗਏ ਹਨ। ਸੰਗਤ ਜੀ, ਇਹਨਾਂ 550 ਸਾਲਾਂ ਵਿੱਚ ਸਿੱਖ ਧਰਮ ਨੇ ਬਹੁਤ ਕਰਵਟਾਂ ਬਦਲੀਆਂ ਹਨ ਅਤੇ ਸਿੱਖ ਧਰਮ ਦੀ ਇਹ ਮਹਾਨਤਾ ਹੈ ਕਿ ਸਾਡੀ ਅਰਦਾਸ ਵਿੱਚ ਬੀਤੇ ਸਮੇਂ ਦੇ ਹਠੀਆਂ, ਜਪੀਆਂ, ਤਪੀਆਂ ਅਤੇ ਧਰਮ ਉੱਤੋਂ ਕੁਰਬਾਨ ਹੋਣ ਵਾਲੇ ਸ਼ਹੀਦਾਂ ਦਾ ਨਾਮ ਲਿਆ ਜਾਂਦਾ ਹੈ। ਇਸ ਕਰਕੇ ਸਿੱਖ ਧਰਮ ਦੀ ਅਰਦਾਸ ਨੂੰ ਸ਼ਕਤੀਸ਼ਾਲੀ ਅਤੇ ਪਾਵਰਫੁਲ ਸਮਝਿਆ ਜਾਂਦਾ ਹੈ। ਇਸੇ ਕਰਕੇ ਹੀ ਪੁਰਾਣੇ ਸਮੇਂ ਵਿੱਚ ਸਿੱਖ ਨੂੰ ਸ਼ਹੀਦ ਕਰਨ ਲੱਗਿਆਂ ਦੁਸ਼ਮਣ ਲੋਕ ਸਿੱਖ ਨੂੰ ਬਾਣੀ ਨਹੀਂ ਪੜ੍ਹਨ ਦਿੰਦੇ ਸਨ ਜਾਂ ਅਰਦਾਸ ਨਹੀਂ ਕਰਨ ਦਿੰਦੇ ਸਨ। ਉਹ ਸਮਝਦੇ ਸਨ ਕਿ ਇਹਨਾਂ ਦੇ ਕਲਾਮ ਵਿੱਚ ਸ਼ਕਤੀ ਹੈ। ਸਿੱਖ ਇਹ ਕਲਾਮ ਪੜ੍ਹਨ ਤੋਂ ਬਾਅਦ ਜਾਂ ਤਾਂ ਗਾਇਬ ਹੋ ਜਾਂਦੇ ਹਨ ਜਾਂ ਫਿਰ ਇਕੱਲੇ ਹੀ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ, ਜਾਂ ਫਿਰ ਸਰੀਰ ਨੂੰ ਤਕਲੀਫ ਦੇਣ ਵੇਲੇ ਸਿੱਖ ਉਫ ਤੱਕ ਨਹੀਂ ਕਰਦੇ ਸਨ। 1984 ਤੋਂ ਬਾਅਦ ਵੀ ਐਸਾ ਹੀ ਹੁੰਦਾ ਸੀ। ਸਵੇਰੇ ਵੇਲੇ ਜਾਂ ਸ਼ਾਮ ਵੇਲੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਜਦੋਂ ਨਿਤਨੇਮ ਦੀ ਅਰਦਾਸ ਹੁੰਦੀ ਸੀ ਸਪੀਕਰ ਰਾਹੀਂ, ਤਾਂ ਉੱਚੇ ਜੀਵਨ ਵਾਲੇ ਖਾੜਕੂ ਸਿੰਘ ਮੁਕਾਬਲਾ ਕਰਦਿਆਂ ਹੋਇਆਂ ਵੀ ਅਰਦਾਸ ਦੀ ਆਵਾਜ਼ ਸੁਣ ਕੇ ਆਪਣੇ ਹਥਿਆਰ ਛੱਡ ਕੇ ਅਰਦਾਸ ਵਿੱਚ ਖੜੇ ਹੋ ਜਾਂਦੇ ਸਨ, ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਖੜੇ ਹੋ ਜਾਂਦੇ ਸਨ। ਆਵਾਜ਼ ਭਾਵੇਂ ਕਿਤੋਂ ਦੂਰ ਕਿਸੇ ਗੁਰਦੁਆਰੇ ਤੋਂ ਆਉਂਦੀ ਹੋਵੇ। ਅਤੇ ਦੁਸ਼ਮਣ ਇਸ ਮੌਕੇ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੰਦਾ ਸੀ। ਉਹ ਸਿੰਘ ਸ਼ਹੀਦ ਤਾਂ ਹੋ ਜਾਂਦੇ ਸਨ, ਪਰ ਅਰਦਾਸ ਵਿੱਚ ਖੜੇ ਹੋਣ ਦੀ ਮਰਜ਼ਾਦਾ ਨੂੰ ਪੂਰਾ ਨਿਭਾਉਂਦੇ ਸਨ। ਸ਼ਾਇਦ ਇਸੇ ਕਰਕੇ ਹੀ ਉਸ ਜ਼ਮਾਨੇ ਵਿੱਚ ਸਿੰਘਾਂ ਨੇ ਸਪੀਕਰ ਵਿੱਚ ਅਰਦਾਸ ਕਰਨੀ ਬੰਦ ਕਰਾ ਦਿੱਤੀ ਸੀ ਅਤੇ ਅੱਜ ਵੀ ਗੁਰਦੁਆਰਿਆਂ ਵਿੱਚ ਉਹ ਰੀਤ ਚੱਲੀ ਤੁਰੀ ਆਉਂਦੀ ਹੈ। ਅਰਦਾਸ ਬਿਨਾਂ ਸਪੀਕਰ ਤੋਂ ਹੀ ਕੀਤੀ ਜਾਂਦੀ ਹੈ ਕਈ ਗੁਰਦੁਆਰਿਆਂ ਵਿੱਚ ਅੱਜ ਵੀ। ਸੰਗਤ ਜੀ, ਹੁਣ ਆਪਾਂ ਸੁਣਦੇ ਹਾਂ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਸਾਰੀਆਂ ਪਵਿੱਤਰ ਆਤਮਾਵਾਂ ਸਾਡੀ ਅਰਦਾਸ ਸੁਣਨ ਲਈ ਕਿਵੇਂ ਹਾਜ਼ਰ ਹੁੰਦੀਆਂ ਹਨ। ਸੰਗਤ ਜੀ, ਜਦੋਂ ਅਸੀਂ ਅਰਦਾਸ ਸ਼ੁਰੂ ਕਰਨ ਲੱਗਿਆਂ ਸ੍ਰੀ ਭਗਉਤੀ ਜੀ ਸਹਾਇ ਬੋਲਦੇ ਹਾਂ ਤਾਂ ਉਸੇ ਵੇਲੇ ਹੀ ਤੁਹਾਡੀ ਅਰਦਾਸ ਬੇਨਤੀ ਸੁਣਨ ਵਾਸਤੇ ਖੜਗਧਾਰੀ ਪਰਮਾਤਮਾ ਹਾਜ਼ਰ ਹੋ ਜਾਂਦੇ ਹਨ। ਸੰਗਤ ਜੀ, ਉਂਝ ਤਾਂ ਸ਼ਾਸਤਰਾਂ ਅਨੁਸਾਰ ਅਤੇ ਵਿਦਵਾਨ ਪੁਰਸ਼ਾਂ ਦੇ ਅਨੁਸਾਰ
ਭਗਉਤੀ ਦੇ ਅਰਥ ਬਹੁਤ ਬਣਦੇ ਹਨ। ਜਿਵੇਂ ਕਿ ਭਗਉਤੀਆਂ ਦਾ ਇੱਕ ਪੰਥ ਹੈ ਜੋ ਭਗਵੰਤ ਜਾਂ ਭਗਵਾਨ ਦੀ ਪੂਜਾ ਕਰਦੇ ਹਨ। ਭਗਵੰਤ ਦੇ ਨਾਮ ਦੀ ਪੂਜਾ ਕਰਨ ਵਾਲਿਆਂ ਨੂੰ ਭਗਉਤੀ ਕਿਹਾ ਜਾਂਦਾ ਹੈ। ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਪਾਵਨ ਬਚਨ ਹੈ, ਸੋ ਭਗਵਤੀ ਜੋ ਭਗਵੰਤੈ ਜਾਣੈ, ਜਿਸ ਦਾ ਅਰਥ ਹੈ ਕਿ ਜੋ ਭਗਵਾਨ ਪਰਮੇਸ਼ਰ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਉਹੀ ਹੀ ਅਸਲੀ ਭਗਉਤੀ ਹੈ। ਜਿਵੇਂ ਰਾਮਦਾਸੀਆਂ ਦਾ ਇੱਕ ਪੰਥ ਹੈ ਅਤੇ ਉਸ ਪੰਥ ਦੇ ਪੈਰੋਕਾਰ ਆਪਣੇ ਆਪ ਨੂੰ ਰਾਮਦਾਸ ਕਹਿੰਦੇ ਹਨ, ਜਾਣੀ ਕਿ ਰਾਮ ਦੇ ਦਾਸ। ਇਸ ਬਾਰੇ ਸੁਖਮਨੀ ਸਾਹਿਬ ਵਿੱਚ ਲਿਖਿਆ ਹੈ ਕਿ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ। ਸੋ ਸੰਗਤ ਜੀ, ਪਰਮੇਸ਼ਰ ਦੇ ਭੇਖ ਦੀ ਮੁਦਰਾ ਨੂੰ ਵੀ ਭਗਉਤੀ ਕਿਹਾ ਜਾਂਦਾ ਹੈ। ਦੁਰਗਾ ਦੇਵੀ ਨੂੰ ਵੀ ਭਗਉਤੀ ਜਾਂ ਭਗਵਤੀ ਆਖਦੇ ਹਨ। ਖੜਗ, ਤਲਵਾਰ ਜਾਂ ਸ੍ਰੀ ਸਾਹਿਬ ਨੂੰ ਵੀ ਭਗਉਤੀ ਆਖਦੇ ਹਨ। ਮਹਾਂਕਾਲ ਪਰਮੇਸ਼ਰ ਨੂੰ ਵੀ ਭਗਉਤੀ ਆਖਦੇ ਹਨ। ਤੇ ਕਵਿਤਾ ਦੀ ਛੰਦਾਬੰਦੀ ਨੂੰ ਵੀ ਭਗਉਤੀ ਜਾਂ ਭਗਵਤੀ ਛੰਦ ਆਖਦੇ ਹਨ। ਪਰ ਸੰਗਤ ਜੀ, ਇੱਥੇ ਅਰਦਾਸ ਦੇ ਸ਼ੁਰੂ ਵਿੱਚ ਵਰਤੇ ਗਏ ਭਗਉਤੀ ਸ਼ਬਦ ਦਾ ਅਰਥ ਸਿਰਫ ਤੇ ਸਿਰਫ ਖੜਗਧਾਰੀ ਪ੍ਰਮਾਤਮਾ ਹੀ ਬਣਦਾ ਹੈ। ਜਿਵੇਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਲਿਖਦੇ ਹਨ ਚੌਪਈ ਸਾਹਿਬ ਵਿੱਚ, ਖੜਗ ਕੇਤ ਮਹਿ ਸਰਨ ਤਿਹਾਰੀ, ਖੜਗ ਕੇਤ ਮਹਿ ਸਰਨ ਤਿਹਾਰੀ, ਆਪ ਹਾਥ ਦੈ ਲਿਹੁ ਉਬਾਰੀ, ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੁ ਬਚਾਏ। ਸੋ ਸੰਗਤ ਜੀ, ਜਦੋਂ ਤੁਸੀਂ ਅਰਦਾਸ ਦੇ ਸ਼ੁਰੂ ਵਿੱਚ ਆਖਦੇ ਹੋ ਕਿ ਸ਼੍ਰੀ ਭਗਵਤੀ ਜੀ ਸਹਾਏ, ਤਾਂ ਉਸੇ ਵੇਲੇ ਖੜਗਧਾਰੀ ਪ੍ਰਮਾਤਮਾ ਵਾਹਿਗੁਰੂ ਜੀ, ਖੜਗਧਾਰੀ ਪ੍ਰਮਾਤਮਾ ਵਾਹਿਗੁਰੂ ਜੀ ਤੁਹਾਡੀ ਅਰਦਾਸ ਸੁਣਨ ਵਾਸਤੇ ਹਾਜ਼ਰ ਹੋ ਜਾਂਦੇ ਹਨ। ਫਿਰ ਜਦੋਂ ਤੁਸੀਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨਾਮ ਲੈਂਦੇ ਹੋ, ਤਾਂ ਉਸੇ ਵੇਲੇ 10 ਗੁਰੂ ਸਾਹਿਬਾਨ ਜੀ ਹਾਜ਼ਰ ਹੋ ਜਾਂਦੇ ਹਨ। ਅਤੇ ਫਿਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਦੇਖ ਕੇ, ਆਪਣੇ ਸਾਹਮਣੇ ਦੇਖ ਕੇ ਵਾਹਿਗੁਰੂ ਜੀ ਦੇ ਨਾਮ ਦਾ ਆਵਾਜ਼ਾ ਗਜਾਉਂਦੇ ਆ, ਬੋਲੋ ਜੀ ਵਾਹਿਗੁਰੂ। ਸੋ ਸੰਗਤ ਜੀ, ਇਸ ਤਰ੍ਹਾਂ ਪਰਮ ਪਰਮਾਤਮਾ ਅਤੇ 10 ਗੁਰੂ ਸਾਹਿਬਾਨ ਤੁਹਾਡੀ ਬੇਨਤੀ ਸੁਣਨ ਲਈ ਹਾਜ਼ਰ ਹੋ ਜਾਂਦੇ ਹਨ ਜਦੋਂ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋ। ਫਿਰ ਜਦੋਂ ਅਸੀਂ 5 ਪਿਆਰਿਆਂ, 4 ਸਾਹਿਬਜ਼ਾਦਿਆਂ ਤੇ 40 ਮੁਕਤਿਆਂ ਦਾ ਨਾਮ ਲੈਂਦੇ ਹਾਂ, ਅਤੇ ਫਿਰ ਅਸੀਂ ਨਾਮ ਜਪਣ ਵਾਲਿਆਂ ਨੂੰ ਅਤੇ ਨਾਮ ਦੀਆਂ ਕਠਿਨ ਕਮਾਈਆਂ ਦਾ ਤਪ ਕਰਨ ਵਾਲਿਆਂ ਨੂੰ ਯਾਦ ਕਰਦੇ ਹਾਂ, ਵੰਡ ਕੇ ਛਕਣ ਵਾਲਿਆਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਦੇ ਉਪਰਾਲੇ ਨਾਲ ਗੁਰਦੁਆਰਿਆਂ ਵਿੱਚ ਨਿਤਾ ਪ੍ਰਤੀ ਕੜਾਹ ਪ੍ਰਸ਼ਾਦ ਦੀ ਦੇਗ ਵਰਤਨ ਦੀ ਰੀਤ ਚੱਲੀ ਆ ਰਹੀ ਹੈ, ਉਹਨਾਂ ਨੂੰ ਯਾਦ ਕਰਦੇ ਹਾਂ। ਜਿਵੇਂ ਆਪਾਂ ਬੋਲਦੇ ਨਾ, ਦੇਗ ਚਲਾਈ ਤੇਗ ਵਾਹੀ। ਇਹ ਦੇਗ ਚਲਾਉਣੀ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਗੀ। ਅੱਜ ਤੋਂ ਮੇਰੇ ਖਿਆਲ 10-15 ਸਾਲ, ਕਿਸੇ ਵੀ 10-15 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਕਿਸੇ ਵੀ ਆਮ ਪਿੰਡਾਂ ਦੇ ਗੁਰਦੁਆਰਿਆਂ ਚ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਬਣਦੀ ਹੁੰਦੀ ਸੀ। ਸਿਰਫ ਪਤਾਸਿਆਂ ਦਾ ਪ੍ਰਸ਼ਾਦ ਮਿਲਦਾ ਹੁੰਦਾ ਸੀ, ਖਿੱਲਾਂ ਦਾ ਪ੍ਰਸ਼ਾਦ ਮਿਲਦਾ ਹੁੰਦਾ ਸੀ। ਹੁਣ ਤੁਸੀਂ ਦੇਖ ਲਓ, ਹਰ ਪਿੰਡ ਦੇ ਗੁਰਦੁਆਰੇ ਵਿੱਚ ਹਰ ਰੋਜ਼ ਸਵੇਰੇ ਕੜਾਹ ਪ੍ਰਸ਼ਾਦ ਦੀ ਦੇਗ ਬਣਦੀ ਆ, ਤੇ ਪਿੰਡਾਂ ਵਾਲਿਆਂ ਨੇ ਇੱਕ ਇੱਕ ਕਰਕੇ ਵਾਰੀ ਬੰਨੀ ਹੋਈ, ਅੱਜ ਤੇਰੀ ਵਾਰੀ, ਕੱਲ ਨੂੰ ਤੇਰੀ ਵਾਰੀ, ਹਨਾ। ਇਹ ਜਿਸ ਕਿਸੇ ਵੀ ਬੰਦੇ ਨੇ ਹਿੰਮਤ ਮਾਰ ਕੇ ਆਪਦੇ ਪਿੰਡ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਚਲਾਈ ਹੈ, ਤਾਂ ਉਹਦੀ ਵੀ ਬਹੁਤ ਵੱਡੀ ਕਮਾਈ ਹੈ। ਇਸ ਕਰਕੇ ਅਸੀਂ ਰੋਜ਼ ਅਰਦਾਸ 'ਚ ਉਹਨਾਂ ਦਾ ਨਾਮ ਲੈਂਦੇ ਆ, ਜਿਨ੍ਹਾਂ ਨੇ ਦੇਗ ਚਲਾਈ ਤੇਗ ਵਾਈ, ਹੈ ਨਾ। ਸੋ ਨਿਤਾ ਪ੍ਰਤੀ ਕੜਾਹ ਪ੍ਰਸ਼ਾਦ ਦੀ ਦੇਗ ਵਰਤਨ ਦੀ ਰੀਤ ਚਲਾਈ ਹੈ, ਜਿਨ੍ਹਾਂ ਨੇ ਚੱਲ ਰਹੀ, ਜਿਨ੍ਹਾਂ ਦੇ ਉਪਰਾਲੇ ਨਾਲ, ਉਹਨਾਂ ਨੂੰ ਵੀ ਯਾਦ ਕਰਦੇ ਹਾਂ। ਜਿਨ੍ਹਾਂ ਨੇ ਧਰਮ ਦੀ ਖਾਤਰ ਖੰਡਾ ਖੜਕਾਇਆ, ਜ਼ਾਲਮ ਦੇ ਜ਼ੁਲਮ ਨੂੰ ਦੇਖ ਕੇ ਅਣਡਿੱਠਿਆਂ ਵੀ ਕੀਤਾ, ਅਣਦੇਖਿਆਂ ਵੀ ਕੀਤਾ, ਉਹਨਾਂ ਨੂੰ ਵੀ ਯਾਦ ਕਰਦੇ ਹਾਂ। ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਯਾਦ ਕਰਦੇ ਹਾਂ
ਤਾਂ ਉਹ ਵੀ ਸਾਡੇ ਕੋਲੇ ਆ ਖੜੇ ਹੁੰਦੇ ਹਨ। ਸਾਡੀ ਬੇਨਤੀ ਸੁਣਨ ਵਾਸਤੇ ਉਹ ਵੀ ਹਾਜ਼ਰ ਹੋ ਜਾਂਦੇ ਹਨ। 5 ਪਿਆਰੇ ਵੀ ਖੜੇ ਹੁੰਦੇ ਹਨ ਸਾਡੇ ਕੋਲੇ, 4 ਸਾਹਿਬਜ਼ਾਦੇ ਵੀ ਖੜੇ ਹੁੰਦੇ ਹਨ, 40 ਮੁਕਤੇ ਵੀ ਖੜੇ ਹੁੰਦੇ ਹਨ, ਹਠੀ ਜਪੀ ਤਪੀ ਵੀ ਖੜੇ ਹੁੰਦੇ ਹਨ। ਜਦੋਂ ਅਸੀਂ ਅਰਦਾਸ ਵਿੱਚ ਉਹਨਾਂ ਦਾ ਨਾਮ ਲੈਂਦੇ ਹਾਂ ਉਹ ਉਦੋਂ ਹੀ ਆ ਜਾਂਦੇ ਆ। ਜਿਵੇਂ ਸਾਨੂੰ ਨਹੀਂ ਕੋਈ ਆਵਾਜ਼ ਮਾਰ ਲੈਂਦਾ ਤੇ ਅਸੀਂ ਚਲੇ ਜਾਂਦੇ ਹਾਂ ਜਾਂ ਹਾਂ ਦਾ ਜਵਾਬ ਦਿੰਦੇ ਹਾਂ, ਭਾਵੇਂ ਕਿਤੋਂ ਗਲੀ ਚੋਂ ਕੋਈ ਆਵਾਜ਼ ਮਾਰੇ, ਓਏ ਫਲਾਨਾ ਸਿਆ, ਅਸੀਂ ਕਹੇ ਹਾਂ, ਹਨਾ। ਸਾਡੀ ਆਵਾਜ਼ ਉੱਥੋਂ ਤੱਕ ਪਹੁੰਚ ਜਾਂਦੀ ਹੈ ਤਾਂ ਅਸੀਂ ਉਹਨੂੰ ਆਨਸਰ ਕਰਦੇ ਹਾਂ ਜਦੋਂ ਸਾਨੂੰ ਕੋਈ ਆਵਾਜ਼ ਮਾਰਦਾ। ਇਸੇ ਤਰ੍ਹਾਂ ਜਦੋਂ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਅਰਦਾਸ ਵਿੱਚ ਤਾਂ ਉਹ ਸਾਡੀ ਗੱਲ ਸੁਣਨ ਵਾਸਤੇ ਹਾਜ਼ਰ ਹੋ ਜਾਂਦੇ ਹਨ। ਫਿਰ ਜਦੋਂ ਯਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਧਰਮ ਵਾਸਤੇ ਕੁਰਬਾਨੀਆਂ ਕੀਤੀਆਂ, ਜਿਵੇਂ ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਸ਼ਹਬਾਜ਼ ਸਿੰਘ ਜੀ ਅਤੇ ਭਾਈ ਮਤੀ ਦਾਸ ਜੀ, ਇਹਨਾਂ ਨੂੰ ਜਦੋਂ ਯਾਦ ਕਰਦੇ ਹਾਂ ਅਰਦਾਸ ਦੇ ਵਿੱਚ, ਗੁਰਦੁਆਰਿਆਂ ਦੀ ਰੱਖਿਆ ਵਾਸਤੇ ਕੁਰਬਾਨ ਹੋਣ ਵਾਲੇ ਨਨਕਾਣਾ ਸਾਹਿਬ ਵਾਲੇ ਸਾਕੇ ਦੇ ਸ਼ਹੀਦ ਭਾਈ ਲਛਮਣ ਸਿੰਘ ਜੀ ਅਤੇ ਹੋਰ ਸਿੰਘ, ਪੰਜਾ ਸਾਹਿਬ ਦੇ ਸਾਕੇ ਵਾਲੇ ਸ਼ਹੀਦ ਭਾਈ ਕਰਮ ਸਿੰਘ ਜੀ ਅਤੇ ਹੋਰ ਸਿੰਘ, ਜਾਂ ਫਿਰ 1978 ਦੇ ਵਿੱਚ ਸ਼ਹੀਦ ਹੋਣ ਵਾਲੇ 13 ਸਿੰਘ, ਤੇ ਜਾਂ ਫਿਰ 1984 ਦੇ ਸ਼ਹੀਦ ਅਤੇ ਉਸ ਤੋਂ ਬਾਅਦ ਦੇ ਸ਼ਹੀਦ, ਜਿੰਨੇ ਵੀ ਸ਼ਹੀਦ ਹਨ, ਉਦੋਂ ਸਾਰੇ ਜਦੋਂ ਅਸੀਂ ਕਹਿੰਦੇ ਹਾਂ ਸ਼ਹੀਦਾਂ ਸਿੰਘਾਂ ਦਾ ਨਾਮ ਲੈਂਦੇ ਹਾਂ ਤਾਂ ਸਾਰੇ ਹਾਜ਼ਰ ਹੋ ਜਾਂਦੇ ਆ ਅਰਦਾਸ ਦੇ ਵਿੱਚ। ਸੰਗਤ ਜੀ, ਜਦੋਂ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਨਾ ਤਾਂ ਇਹ ਵੀ ਸਾਡੀ ਅਰਦਾਸ ਸੁਣਨ ਵਾਸਤੇ ਹਾਜ਼ਰ ਹੋ ਜਾਂਦੇ ਆ, ਭਾਵੇਂ ਉਹ 1978 ਦੇ ਹੋਣ, ਭਾਵੇਂ ਜੈਤੋ ਮੋਰਚੇ ਦੇ ਸਿੰਘ ਹੋਣ, ਗੰਗਸਰ ਦੇ ਸਿੰਘ ਹੋਣ, ਪੰਜਾ ਸਾਹਿਬ ਦੇ ਸਿੰਘ ਹੋਣ, ਨਨਕਾਣਾ ਸਾਹਿਬ ਦੇ ਸਿੰਘ ਹੋਣ, 1978 ਦੇ ਸਿੰਘ ਹੋਣ ਜਾਂ ਉਸ ਤੋਂ ਪਹਿਲਾਂ ਦੇ ਸਿੰਘ, ਸਾਰੇ ਹਾਜ਼ਰ ਹੋ ਜਾਂਦੇ ਆ ਜਦੋਂ ਅਸੀਂ ਕਹਿੰਦੇ ਵੀ ਜਿਨ੍ਹਾਂ ਨੇ ਧਰਮ ਹਿੱਤ ਕੁਰਬਾਨੀਆਂ ਕੀਤੀਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਹਾਰਦੇ ਹੋਏ ਸਿੰਘ ਸ਼ਹੀਦ ਹੋ ਗਏ, ਇਹ ਸਾਰੇ ਉਦੋਂ ਹਾਜ਼ਰ ਹੋ ਜਾਂਦੇ ਆ ਸਾਡੀ ਅਰਦਾਸ ਬੇਨਤੀ ਸੁਣਨ ਵਾਸਤੇ। ਸੋ ਸੰਗਤ ਜੀ, ਫੇਰ ਅਸੀਂ ਸਿੱਖ ਧਰਮ ਦੀ ਸਰਵ ਉੱਚ ਸ਼ਕਤੀ 5 ਤਖ਼ਤਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਯਾਦ ਕਰਕੇ ਸਾਨੂੰ ਆਪਣਾ ਅਮੀਰ ਵਿਰਸਾ ਯਾਦ ਆਉਂਦਾ ਹੈ, ਅਤੇ ਸਿੱਖ ਧਰਮ ਦੇ ਹੋਰ ਪਾਵਨ ਪਵਿੱਤਰ ਸਥਾਨਾਂ ਨੂੰ ਵੀ ਯਾਦ ਕਰਦੇ ਹਾਂ, ਅਤੇ ਫਿਰ ਇਹਨਾਂ ਸਾਰੇ ਤਖ਼ਤਾਂ ਅਤੇ ਗੁਰਦੁਆਰਿਆਂ ਦੀ ਸ਼ਕਤੀ ਵੀ ਸਾਡੀ ਅਰਦਾਸ ਪੂਰੀ ਕਰਨ ਵਾਸਤੇ ਸਾਡੇ ਨਾਲ ਆ ਖੜੀ ਹੁੰਦੀ ਹੈ। ਸੋ ਸੰਗਤ ਜੀ, ਇੱਥੋਂ ਤੱਕ ਸਿੱਖ ਧਰਮ ਦੇ ਮਹਾਨ ਪੁਰਸ਼ ਸਾਡੇ ਵੱਲੋਂ ਹੋਣ ਵਾਲੀ ਅਰਦਾਸ ਵਿੱਚ ਸ਼ਾਮਲ ਹੋ ਜਾਂਦੇ ਹਨ, ਅਤੇ ਸਾਡੇ ਸਾਰੇ ਜਣੇ ਇਕੱਠੇ ਹੋ ਕੇ ਸਾਡੇ ਸਾਖੀ ਹੋ ਜਾਂਦੇ ਹਨ, ਸਾਡੇ ਜਾਮਨ ਬਣ ਜਾਂਦੇ ਹਨ ਕਿ ਸਾਡੀ ਮੰਗ ਸਹੀ ਅਤੇ ਦਰੁਸਤ ਹੈ। ਸੰਗਤ ਜੀ, ਇੱਥੋਂ ਤੱਕ ਅਰਦਾਸ ਕਰਦਿਆਂ ਕਰਦਿਆਂ ਸਾਰੀਆਂ ਮਹਾਨ ਆਤਮਾਵਾਂ ਸਾਡੇ ਬੁਲਾਉਣ ਉੱਤੇ ਸਾਡੇ ਕੋਲ ਹਾਜ਼ਰ ਹੋ ਜਾਂਦੀਆਂ ਹਨ। ਫਿਰ ਸੰਗਤ ਜੀ, ਇਸ ਤੋਂ ਅੱਗੇ ਸਾਡੀ ਮੰਗ ਸ਼ੁਰੂ ਹੁੰਦੀ ਹੈ। ਇੱਥੋਂ ਤੱਕ ਅਰਦਾਸ ਹੈ, ਬੇਨਤੀ ਹੈ, ਇਸ ਤੋਂ ਅੱਗੇ ਸਾਡੀ ਮੰਗ ਸ਼ੁਰੂ ਹੁੰਦੀ ਹੈ, ਅਤੇ ਸਿੱਖ ਆਪਣੀ ਮੰਗ ਮੰਗਣ ਤੋਂ ਪਹਿਲਾਂ ਆਪਣੀ ਕੌਮ ਦਾ ਭਲਾ ਮੰਗਦਾ ਹੈ। ਇਸ ਤੋਂ ਅੱਗੇ ਹੋਰ ਜੀਵਾਂ ਦਾ ਭਲਾ ਮੰਗਦਾ ਹੈ, ਜਿਵੇਂ ਕਿ ਅਸੀਂ ਇਸ ਤੋਂ ਅੱਗੇ ਇਸ ਤਰ੍ਹਾਂ ਕਹਿੰਦੇ ਹਾਂ ਕਿ ਅਸੀਂ ਮੰਗਦੇ ਹਾਂ ਕਿ ਸਾਰਿਆਂ ਨੂੰ ਵਾਹਿਗੁਰੂ ਚਿੱਤ ਆਉਣ ਕਰਕੇ ਸੁੱਖ ਪ੍ਰਾਪਤ ਹੋਵੇ, ਸਤਿਗੁਰੂ ਜੀ ਸ਼ਰਨ ਪਏ ਬਿਰਦਾਂ ਦੀ ਲਾਜ ਰੱਖੋ, ਪੰਥ ਦੀ ਹਮੇਸ਼ਾ ਹੀ ਜਿੱਤ ਹੋਵੇ, ਸਿੱਖਾਂ ਨੂੰ ਕੇਸਾਂ ਦਾ, ਵਿਵੇਕ ਦਾ ਅਤੇ ਵਿਸ਼ਵਾਸ ਦਾ ਦਾਨ ਦਿਓ, ਸਾਰੇ ਦਾਨਾਂ ਨਾਲੋਂ ਵੱਡਾ ਦਾਨ ਆਪਣੇ ਸਿੱਖਾਂ ਨੂੰ ਵਾਹਿਗੁਰੂ ਦੇ ਨਾਮ ਦਾ ਦਾਨ ਦਿਓ। ਤੇ ਫਿਰ ਅਸੀਂ ਕਹਿੰਦੇ ਹਾਂ, ਵਾਹਿਗੁਰੂ ਜੀ ਤੇਰੇ ਦਰਸ਼ਨ ਹੁੰਦੇ ਰਹਿਣ, ਤੇਰੇ ਨਾਮ ਦੇ ਕੀਰਤਨ ਦੀਆਂ ਚੌਂਕੀਆਂ ਜੋ ਚੱਲਦੀਆਂ ਹਨ ਉਹ ਵੀ ਚੱਲਦੀਆਂ ਰਹਿਣ, ਤੇਰੇ ਬੁੰਗਿਆਂ ਦੀਆਂ ਇਮਾਰਤਾਂ ਅਚਲ ਅਤੇ ਅਟਲ ਰਹਿਣ, ਤੇਰੇ ਸਿੱਖਾਂ ਦਾ ਮਨ ਨੀਵਾਂ ਰਹੇ ਪਰ ਖਿਆਲ ਹਮੇਸ਼ਾ ਹੀ ਉੱਚੇ ਰਹਿਣ, ਤੇਰਾ ਪੰਥ ਤੇਰੇ ਧਾਮਾਂ ਦੀ ਸੇਵਾ ਕਰਦਾ ਰਹੇ ਅਤੇ ਦਰਸ਼ਨ ਦਿਦਾਰੇ ਵੀ ਕਰਦਾ ਰਹੇ। ਇਸ ਤਰ੍ਹਾਂ ਅਸੀਂ ਅਰਦਾਸ ਬੇਨਤੀ ਕਰਦੇ ਹਾਂ।
ਆਪਣੀ ਮੰਗ ਮੰਗਣ ਤੋਂ ਪਹਿਲਾਂ ਇਹ ਮੰਗਦੇ ਹਾਂ ਸਤਿਗੁਰੂ ਜੀ ਤੋਂ, ਉਹਨਾਂ ਮਹਾਨ ਸ਼ਕਤੀਆਂ ਤੋਂ ਜੋ ਤੁਹਾਡੇ ਬੁਲਾਉਣ ਤੇ ਹਾਜ਼ਰ ਹੋ ਜਾਂਦੀਆਂ। ਸੰਗਤ ਜੀ, ਇਸ ਤੋਂ ਬਾਅਦ ਕਿਤੇ ਜਾ ਕੇ ਸਾਡੀ ਮੰਗ ਦੀ ਵਾਰੀ ਆਉਂਦੀ ਹੈ। ਫਿਰ ਕਿਤੇ ਜਾ ਕੇ ਅਸੀਂ ਆਪਣੇ ਵਾਸਤੇ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ। ਇਸੇ ਕਰਕੇ ਤਾਂ ਸਿੱਖ ਧਰਮ ਦੀ ਅਰਦਾਸ ਸ਼ਕਤੀਸ਼ਾਲੀ ਹੈ। ਸੰਗਤ ਜੀ, ਅੱਜ ਸੰਗਤ ਜੀ, ਇੰਨੇ ਜਣੇ ਸਾਡੀ ਅਰਦਾਸ ਵਿੱਚ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੇ ਅਸੀਂ ਨਾਮ ਲੈਂਦੇ ਹਾਂ ਅਰਦਾਸ ਦੇ ਵਿੱਚ, ਇੰਨੇ ਜਣੇ ਸਾਡੀ ਅਰਦਾਸ ਵਿੱਚ ਸ਼ਾਮਲ ਹੁੰਦੇ ਹਨ। ਅਸੀਂ ਜਿਵੇਂ ਜਿਵੇਂ ਉਹਨਾਂ ਨੂੰ ਯਾਦ ਕਰੀ ਜਾਂਦੇ ਹਾਂ, ਉਵੇਂ ਉਵੇਂ ਉਹ ਸਾਡੀ ਅਰਦਾਸ ਵਿੱਚ ਆ ਕੇ ਖੜੇ ਹੋਈ ਜਾਂਦੇ ਆ, ਪਰ ਸਾਨੂੰ ਪਤਾ ਵੀ ਨਹੀਂ ਚੱਲਦਾ। ਪਰ ਸੰਗਤ ਜੀ, ਸਾਨੂੰ ਕੀ ਪਤਾ ਚੱਲਣਾ ਹੁੰਦਾ ਕਿ ਕੌਣ ਆਇਆ ਤੇ ਕੌਣ ਗਿਆ। ਅਰਦਾਸ ਕਰਨ ਲੱਗਿਆ ਤਾਂ ਸਾਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਅਰਦਾਸ ਕਦੋਂ ਸ਼ੁਰੂ ਕੀਤੀ ਸੀ ਅਤੇ ਕਦੋਂ ਪੂਰੀ ਹੋ ਗਈ। ਸਾਨੂੰ ਤਾਂ ਬਸ ਆਪਣੀ ਮੰਗ ਦਾ ਹੀ ਪਤਾ ਹੁੰਦਾ ਹੈ। ਆਪਣੀ ਮੰਗ ਨੂੰ ਤਾਂ ਅਸੀਂ ਪੂਰਾ ਟਕਾ ਕੇ ਬੋਲਦੇ ਹਾਂ। ਆਪਣੀ ਮੰਗ ਨੂੰ ਅਸੀਂ ਪੂਰਾ ਟਕਾ ਕੇ ਬੋਲਦੇ ਹਾਂ, ਕੋਈ ਅੱਖਰ ਰਹਿ ਨਾ ਜਾਵੇ। ਅਸੀਂ ਇੰਨਾ ਟਕਾ ਕੇ ਬੋਲਦੇ, ਇੰਨਾ ਧਿਆਨ ਰੱਖਦੇ ਹਾਂ ਆਪਣੀ ਮੰਗ ਵੱਲ ਬੋਲਣ ਲੱਗਿਆ। ਪਿੱਛੇ ਅਸੀਂ ਉਹਨਾਂ ਧਿਆਨ ਨਹੀਂ ਦਿੱਤਾ ਹੁੰਦਾ ਬੋਲਣ ਲੱਗਿਆ, ਜਿੰਨਾ ਕਿ ਆਪਣੀ ਗੱਲ ਦੱਸਣ ਲੱਗਿਆ ਧਿਆਨ ਦਿੰਦੇ ਆ। ਕੋਈ ਅੱਖਰ ਰਹਿ ਨਾ ਜਾਵੇ, ਘਰ ਦੀ ਕੋਈ ਚੀਜ਼ ਮੰਗਣ ਵੱਲੋਂ ਨਾ ਰਹਿ ਜਾਵੇ। ਪਰ ਇਸ ਤਰ੍ਹਾਂ ਦੀਆਂ ਅਰਦਾਸਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਜਦੋਂ ਸਾਨੂੰ ਪਤਾ ਹੀ ਨਹੀਂ ਕਿ ਸਾਡੀ ਜਾਮਨੀ ਭਰਨ ਵਾਸਤੇ ਕੌਣ ਕੌਣ ਆਏ ਹਨ। ਫਿਰ ਸਾਡਾ ਕੀ ਬਣਨਾ? ਅਸੀਂ ਤਾਂ ਬਸ ਬੇਸੁਰਤੀ ਵਿੱਚ ਹੀ ਬੋਲ ਰਹੇ ਹੁੰਦੇ ਹਾਂ, ਜਿਵੇਂ ਕੋਈ ਅੱਧਾ ਸੁੱਤਾ ਆਦਮੀ ਬੋਲਦਾ ਹੁੰਦਾ। ਸੰਗਤ ਜੀ, ਸਾਨੂੰ ਅਰਦਾਸ ਕਰਨ ਲੱਗਿਆਂ ਸੁਚੇਤ ਅਤੇ ਸਾਵਧਾਨ ਹੋ ਕੇ ਖੜਨਾ ਚਾਹੀਦਾ ਅਤੇ ਅਰਦਾਸ ਦੇ ਅੱਖਰ ਵਿੱਚ ਸਾਡਾ ਧਿਆਨ ਹੋਣਾ ਚਾਹੀਦਾ। ਅਰਦਾਸ ਕਰਨ ਲੱਗਿਆਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸਾਹਮਣੇ 10 ਗੁਰੂ ਸਾਹਿਬਾਨ ਖੜੇ ਹਨ, ਸਾਡੇ ਕੋਲੇ 5 ਪਿਆਰੇ ਤੇ 4 ਸਾਹਿਬਜ਼ਾਦੇ ਖੜੇ ਹਨ, ਸਾਡੇ ਕੋਲੇ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਮਤੀ ਦਾਸ ਜੀ ਆਦਿਕ ਸ਼ਹੀਦ ਸਿੰਘ ਖੜੇ ਹਨ। ਸਾਡੇ ਕੋਲੇ ਸਿਦਕਵਾਨ ਬੀਬੀਆਂ ਆਪਣੇ ਗਲਾਂ ਵਿੱਚ ਆਪਣੇ ਹੀ ਬੱਚਿਆਂ ਦੇ ਟੋਟਿਆਂ ਦੇ ਹਾਰ ਪਾ ਕੇ ਖੜੀਆਂ ਹਨ। ਬੰਬਾਂ ਅਤੇ ਗੋਲੀਆਂ ਦੇ ਨਾਲ ਸ਼ਹੀਦ ਹੋਏ 1984 ਦੇ ਸਿੰਘ ਖੂਨ ਨਾਲ ਲੱਥ-ਪੱਥ ਤੁਹਾਡੇ ਕੋਲੇ ਖੜੇ ਹਨ। ਕਦੀ ਸੋਚਿਆ? ਪਰ ਅਸੀਂ ਅਰਦਾਸ ਕਰਨ ਲੱਗਿਆਂ ਹੋਰ ਹੀ ਕਿਤੇ ਤੁਰੇ ਫਿਰਦੇ ਹੁੰਦੇ ਆ, ਕਾਰਾਂ ਤੇ ਕੋਠੀਆਂ ਹੀ ਖਰੀਦਦੇ ਫਿਰਦੇ ਹੁੰਦੇ ਆ। ਸੰਗਤ ਜੀ, ਇੰਨੀਆਂ ਸ਼ਕਤੀਆਂ ਸਾਡੇ ਕੋਲ ਖੜੀਆਂ ਹੋਣ ਅਤੇ ਅਸੀਂ ਸੁੱਤੇ ਪਏ ਹੀ ਬੋਲਦੇ ਜਾਈਏ, ਫਿਰ ਸਾਡੇ ਨਾਲੋਂ ਬਦਕਿਸਮਤਾਂ ਇਨਸਾਨ ਹੋਰ ਕੌਣ ਹੋ ਸਕਦਾ? ਸੰਗਤ ਜੀ, ਦਾਸ ਇੱਕ ਵਾਰ ਇਹਨਾਂ ਮਹਾਨ ਸ਼ਕਤੀਆਂ ਦਾ ਅਹਿਸਾਸ ਕਰ ਚੁੱਕਿਆ। ਇੱਕ ਵਾਰ ਮੇਰੇ ਮਨ ਵਿੱਚ ਖਿਆਲ ਆਇਆ ਅਤੇ ਮੈਂ ਪਰਮ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸ਼ਮੇਸ਼ ਪਿਤਾ ਜੀ ਨੂੰ ਆਖਿਆ ਕਿ ਹੇ ਪਰਮ ਪਿਤਾ ਜੀ, ਅਸੀਂ ਤਾਂ ਆਪਣੀ ਅਰਦਾਸ ਸੰਸਾਰ ਦੀ ਮਹਾਨ ਸ਼ਕਤੀ ਵਾਹਿਗੁਰੂ ਜੀ ਅੱਗੇ ਕਰਨੀ ਹੁੰਦੀ ਹੈ ਜਾਂ ਫਿਰ ਤੁਹਾਡੇ ਅੱਗੇ ਕਰਨੀ ਹੁੰਦੀ ਹੈ, ਅਤੇ ਫਿਰ ਅਸੀਂ ਅਰਦਾਸ ਵਿਚਲੇ ਬਾਕੀ ਅੱਖਰ ਕਿਉਂ ਬੋਲਦੇ ਹਾਂ? ਪਰਮ ਪਿਤਾ ਜੀ ਨੇ ਕਿਹਾ, ਬੱਚੇ, ਇਹ ਅਰਦਾਸ ਵਾਲੇ ਅੱਖਰ ਕਿਸੇ ਪਵਿੱਤਰ ਆਤਮਾ ਦੇ ਲਿਖੇ ਹਨ ਅਤੇ ਆਪਣੇ ਅਨੁਭਵ ਨਾਲ ਲਿਖੇ ਹੋਏ ਹਨ, ਆਪਣੇ ਅਨੁਭਵ ਦੇ ਨਾਲ ਲਿਖੇ ਹੋਏ ਹਨ ਅਤੇ ਇਹ ਅੱਖਰ 100% ਸੱਚ ਹਨ।
ਕੀ ਤੂੰ ਦੇਖਣਾ ਚਾਹੁੰਦਾ ਹੈ? ਦਾਸ ਨੇ ਕਿਹਾ, ਹਾਂਜੀ, ਮਿਹਰ ਹੋ ਜਾਵੇ ਤਾਂ। ਫੇਰ ਪਰਮ ਪਿਤਾ ਜੀ ਨੇ ਮੇਰੀਆਂ ਅੱਖਾਂ ਬੰਦ ਕਰਵਾ ਕੇ ਉਹ ਸਾਰੀਆਂ ਮਹਾਨ ਆਤਮਾਵਾਂ ਦਿਖਾਈਆਂ ਜੋ ਅਰਦਾਸ ਵਿੱਚ ਸ਼ਾਮਲ ਹੁੰਦੀਆਂ ਹਨ। ਭਾਵੇਂ ਉਹਨਾਂ ਸਰੀਰਾਂ ਨਾਲ ਕੁਝ ਕੁ ਅੰਗ ਸੀ ਤੇ ਕੁਝ ਕੁ ਅੰਗ ਨਹੀਂ ਸੀ। ਚਰਖੜੀਆਂ ਨਾਲ ਸਰੀਰ ਤੁੰਬਾ ਹੋਇਆ ਸੀ। ਬੀਬੀਆਂ ਗਾਲਾਂ ਵਿੱਚ ਮਾਸ ਦੇ ਲੁਥੜੇ ਪਵਾ ਕੇ ਸਮਾਧੀ ਸਥਿਤ ਬੈਠੀਆਂ ਸਨ। ਬੰਬਾਂ ਨਾਲ ਤੁੰਬਾ ਹੋਏ 1984 ਦੇ ਸਿੰਘ ਖੜੇ ਸਨ। ਪਰ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉਹ ਸਮਾਧੀ ਸਥਿਤ ਈਸ਼ਵਰ ਵਿੱਚ ਲੀਨ ਸਨ। ਸੰਗਤ ਜੀ, ਇਹ ਮੰਜ਼ਰ ਦੇਖ ਕੇ ਮੈਂ ਕੰਬ ਗਿਆ ਸੀ। I was trembling. Yes, really, I was trembling. ਸੰਗਤ ਜੀ, ਇਹ ਦੇਖ ਕੇ ਮੈਂ 3 ਦਿਨ ਰੋਂਦਾ ਰਿਹਾ। ਮੇਰੇ ਅੰਦਰ ਉਹ ਦਰਦ ਸੀ ਜੋ ਕਿਸੇ ਨੂੰ ਦੱਸਿਆ ਵੀ ਨਹੀਂ ਬਣਦਾ ਸੀ। ਸੰਗਤ ਜੀ, ਮੈਂ ਕੋਈ ਆਪਣੀ ਪਬਲਿਸਿਟੀ ਨਹੀਂ ਕਰ ਰਿਹਾ, ਨਾ ਹੀ ਮੈਂ ਇਹੋ ਜਿਹੀਆਂ ਗੱਲਾਂ ਸੁਣਾ ਕੇ ਤੁਹਾਨੂੰ ਫੋਰਸ ਕਰ ਰਿਹਾ ਕਿ ਤੁਸੀਂ ਮੈਨੂੰ ਮਿਲੋ। ਦਾਸ ਨੂੰ ਹਰ ਰੋਜ਼ 150 ਬੰਦੇ ਦਾ ਫੋਨ ਆਉਂਦਾ, ਪਰ ਮੈਂ ਮੁਸ਼ਕਲ ਨਾਲ 25-30 ਬੰਦਿਆਂ ਨਾਲ ਗੱਲ ਕਰ ਪਾਉਂਦਾ ਰੋਜ਼। ਸਵੇਰੇ 1 ਘੰਟਾ, ਸ਼ਾਮ ਨੂੰ 1 ਘੰਟਾ। 1 ਘੰਟੇ ਵਿੱਚ ਸਿਰਫ 15 ਕੁ ਬੰਦਿਆਂ ਨਾਲ ਗੱਲ ਹੁੰਦੀ ਹੈ, ਪਰ ਫੋਨ ਬਹੁਤ ਆਉਂਦੇ ਆ। ਇੱਕ ਬੰਦਾ ਮੰਨ ਲਓ 4 ਮਿੰਟ ਵੀ ਲਾਉਂਦਾ ਤਾਂ ਮਸਾਂ 12 ਬੰਦਿਆਂ ਦੇ ਨਾਲ ਜਾਂ 15 ਬੰਦਿਆਂ ਨਾਲ ਗੱਲ ਹੁੰਦੀ, ਪਰ ਕਈ 7-8 ਮਿੰਟ ਲਾ ਜਾਂਦੇ ਆ ਇੱਕ ਕਾਲ ਵਿੱਚ। ਮਸਾਂ ਹਰ ਰੋਜ਼ ਸਵੇਰੇ ਸ਼ਾਮ ਦਾ ਟਾਈਮ ਮਿਲਾ ਕੇ 25-30 ਬੰਦਿਆਂ ਨਾਲ ਮੇਰੀ ਰੋਜ਼ ਗੱਲ ਹੁੰਦੀ ਹੈ। ਕਾਲ ਭਾਵੇਂ 100-150 ਡੇਲੀ ਦੀ ਆਉਂਦੀ ਹੈ। ਮਿਲਣ ਵਾਸਤੇ ਤਾਂ ਪਤਾ ਨਹੀਂ ਕਿੰਨੇ ਕੁ ਫੋਨ ਆਉਂਦੇ ਆ ਜਾਂ ਮੈਸੇਜ ਆਉਂਦੇ ਹਨ, ਪਰ ਦਾਸ ਤਾਂ ਕਿਸੇ ਨੂੰ ਮਿਲਦਾ ਹੀ ਨਹੀਂ। ਇਹ ਮਿਲਣ ਵਾਲੀ ਪਰੇਸ਼ਾਨੀ ਤਾਂ ਮੈਂ ਪਹਿਲਾਂ ਹੀ ਖਤਮ ਕੀਤੀ ਹੋਈ ਹੈ। ਸੰਗਤ ਜੀ, ਮੈਂ ਤੁਹਾਡੇ ਨਾਲ ਆਪਣੇ ਨਿੱਜੀ ਤਜਰਬੇ ਸਾਂਝੇ ਕਰ ਰਿਹਾ, ਆਪਣੇ ਪਰਸਨਲ ਐਕਸਪੀਰੀਅੰਸ ਤੁਹਾਡੇ ਨਾਲ ਸਾਂਝੇ ਕਰ ਰਿਹਾ, ਤਾਂ ਕਿ ਤੁਹਾਡੇ ਅੰਦਰ ਵੀ ਗੁਰੂ ਨਾਨਕ ਜੀ ਕੋਲ ਬੈਠਣ ਦੀ ਹਿੰਮਤ ਆ ਜਾਵੇ। ਤੁਸੀਂ ਵੀ ਭਗਤੀ ਮਾਰਗ ਉੱਤੇ ਤੁਰ ਪਵੋ ਤੇ ਨਾਨਕ ਦੇ ਪਿਆਰੇ ਹੋ ਜਾਵੋ। ਬਾਕੀ ਤੁਸੀਂ ਇਹ ਸਾਰੀਆਂ ਗੱਲਾਂ ਭੁੱਲ ਜਾਓ ਜੋ ਨਿੱਜੀ ਤੌਰ ਤੇ ਮੈਂ ਤੁਹਾਡੇ ਨਾਲ ਕੀਤੀਆਂ। ਆਪਣੇ ਪਰਸਨਲ ਐਕਸਪੀਰੀਅੰਸ ਜੋ ਕੀਤੇ ਆ ਉਹ ਤੁਸੀਂ ਭੁੱਲ ਹੀ ਜਾਓ। ਬਸ ਤੁਸੀਂ ਤਾਂ ਸਿਰਫ ਅਰਦਾਸ ਵਿੱਚ ਸ਼ਾਮਲ ਹੋਣ ਵਾਲੀਆਂ ਮਹਾਨ ਆਤਮਾ ਵੱਲ ਹੀ ਧਿਆਨ ਦਿਓ। ਤੁਸੀਂ ਆਪਣੀ ਸੱਚੀ ਅਰਦਾਸ ਵਿੱਚ ਇਹਨਾਂ ਮਹਾਨ ਸ਼ਕਤੀਆਂ ਨੂੰ ਸ਼ਾਮਲ ਸਮਝ ਕੇ ਆਪਣੇ ਬੋਲ ਅਤੇ ਆਪਣੇ ਦੁੱਖ ਗੁਰੂ ਨਾਨਕ ਸਾਹਿਬ ਜੀ ਤੱਕ ਪਹੁੰਚਾਓ। ਸੰਗਤ ਜੀ, ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।